ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੈ, ਗੰਜ ਸ਼ਹੀਦਾਂ ਸ਼ਹੀਦਾਂ ਦਾ ਖਜ਼ਾਨਾ। ਉਸ ਲੜੀ ਨੂੰ ਅੱਗੇ ਤੋਰਦੇ ਹਾਂ। ਕੀ ਆਖਦਾ ਹੈ ਸ਼ਾਇਰ? जिस सम्मत गुल मचा था उधर जब निगाह की, आवाज साफ आने लगी आ आह की। एक खाल से ने हालत लश्कर तबाह की, रण में कहीं जगह ना रही थी पनाह की। भागो के अब बचाओ के सूरत नहीं रही, आए धर्म तो जंग की हिम्मत नहीं रही। मैदाने जंग विच इकदम एक पासे वाल बहुत शोर मच गया। एक पासे तो आ दी आवाज़ां आउणियां शुरू हो गईयां। जदों दुश्मन फौजां ने उस पासे ध्यान कीता ਤਾਂ ਵੇਖਿਆ ਕਿ ਇੱਕ ਸਿੰਘ ਸੂਰਮੇ ਨੇ ਤਰਥੱਲੀ ਮਚਾਈ ਹੋਈ ਸੀ। ਇੱਕੋ ਹੀ ਸਿੰਘ ਨੇ ਮੁਗਲ ਫੌਜਾਂ ਦੀ ਹਾਲਾਤ ਵਿਗਾੜ ਕੇ ਰੱਖ ਦਿੱਤੀ ਸੀ। ਦੁਸ਼ਮਣ ਦੇ ਸਿਪਾਹੀ ਜਾਨ ਬਚਾਉਣ ਵਾਸਤੇ ਰਨ ਖੇਤਰ ਵਿੱਚ ਇੱਧਰ ਉੱਧਰ ਭੱਜ ਰਹੇ ਸਨ, ਪਰ ਕਿਸੇ ਪਾਸੇ ਵੀ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਨਹੀਂ ਸਨ ਕਰ ਰਹੇ। ਜਾਨ ਬਚਾਉਣ ਲਈ ਇੱਧਰ ਉੱਧਰ ਦੌੜ ਰਹੇ ਮੁਗਲ ਸਿਪਾਹੀ ਚਿਲਾ ਰਹੇ ਸਨ ਕਿ ਹੁਣ ਬਚਣ ਦਾ ਕੋਈ ਹੀਲਾ ਬਾਕੀ ਨਹੀਂ ਰਿਹਾ। ਮੈਦਾਨੇ ਜੰਗ ਵਿੱਚੋਂ ਭੱਜ ਕੇ ਹੀ ਬਚਿਆ ਜਾ ਸਕਦਾ। ਧਰਮ ਸਿੰਘ ਜੀ ਪਿਆਰਾ ਵੀ ਮੈਦਾਨੇ ਜੰਗ ਵਿੱਚ ਪਹੁੰਚ ਚੁੱਕੇ ਹਨ। ਉਹਨਾਂ ਦੇ ਸਾਹਮਣੇ मैदान जंग ਵਿੱਚ लड़न की हिम्मत साढ़े विच नहीं है। लाखों को कत्ल करके प्यारे गुजर गए, एक एक करके खालसे सारे गुजर गए। सदहा फना के घाट उतारे गुजर गए, पुस में लगा के आग शरारे गुजर गए। जख्मों से सिंह सूर में जब चूर हो गए, सरदार सर कटाने पे मजबूर हो गए। ਅਨੇਕਾਂ ਹੀ ਮੁਗਲ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਪੰਜ ਪਿਆਰੇ ਸ਼ਹਾਦਤ ਦਾ ਜਾਮ ਪੀ ਗਏ। ਕਈ ਸਿੰਘ ਸੂਰਮੇ ਵੀ ਮੁਗਲ ਫੌਜਾਂ ਨਾਲ ਝੂਝਦੇ ਹੋਏ ਸ਼ਹੀਦ ਹੋ ਗਏ। ਸੈਂਕੜੇ ਹੀ ਮੁਗਲ ਸਿਪਾਹੀਆਂ ਨੂੰ ਤਬਾਹੀ ਦੇ ਘਾਟ ਉਤਾਰਦੇ ਹੋਏ ਕਾਫੀ ਖਾਲਸੇ ਜਾਮੇ ਸ਼ਹਾਦਤ ਪੀ ਗਏ। ਸਿੰਘ ਸੂਰਮੇ ਜਿੱਧਰ ਵੀ ਮੂੰਹ ਕਰਦੇ ਇਸ ਤਰ੍ਹਾਂ ਦੁਸ਼ਮਣ ਦੀਆਂ ਲਾਸ਼ਾਂ ਦੇ ਢੇਰ ਲਗਾ ਰਹੇ ਸਨ, ਜਿਵੇਂ ਅੱਗ ਦੀ ਚਿੰਗਿਆੜੀ ਤੂੜੀ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। मैदान ਵਿੱਚ ਝੂਝ ਰਹੇ ਸੂਰਮਿਆਂ ਦੇ ਤਨ ਜ਼ਖਮਾਂ ਨਾਲ ਚੂਰ ਹੋ ਚੁੱਕੇ ਸਨ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸਿੰਘ ਸੂਰਮੇ ਸ਼ਹੀਦੀ ਜਾਮ ਪੀ ਰਹੇ ਸਨ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ वाहिगुरु जी। फवारा ई खूंहर बुन में से रवा हुआ, जख्मों से चूर चूर एक नमा जवां हुआ। खा खा के तीर सिंह हर एक नातवां हुआ, सरतिन पेशो के कत्ल में बार गिरा हुआ। लाखों की जान लेके दलेरों ने जान दी, सतगुरु गुरु गोबिंद सिंह के शेरों ने जान दी। अनगिनत फौजां नाल झूझ रहे मुट्ठी भर सूरमे मैदाने जंग ਵਿੱਚ ਸੁਰਮਤਾਈ ਦੇ ਜ਼ੋਹਰ ਦਿਖਾਉਂਦੇ ਹੋਏ ਹਾਲੋ ਬੇਹਾਲ ਹੋ ਚੁੱਕੇ ਸਨ। ਸਿਰ ਤੋਂ ਪੈਰਾਂ ਤੱਕ ਖੂਨ ਨਾਲ ਲੱਥਪੱਥ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਰ ਰੋਮ ਰੋਮ ਵਿੱਚੋਂ ਖੂਨ ਦਾ ਫੁਹਾਰਾ ਛੁੱਟ ਰਿਹਾ ਹੋਵੇ। ਤਨ ਤੇ ਸ਼ਸਤਰਾਂ ਦੁਆਰਾ ਹੋਏ ਅਨੇਕਾਂ ਜ਼ਖਮਾਂ ਨਾਲ ਸਿੰਘ ਸੂਰਮੇ ਚੂਰ-ਚੂਰ ਹੋ ਚੁੱਕੇ ਸਨ। ਇੱਕ ਇੱਕ ਸੂਰਮੇ ਦੇ ਤਨ ਵਿੱਚ ਅਨੇਕਾਂ ਤੀਰ ਖੁੱਭ ਚੁੱਕੇ ਸਨ, ਜਿਸ ਕਰਕੇ ਉਹ ਬੜੇ ਲਾਚਾਰ ਹੋ ਚੁੱਕੇ ਸਨ, ਕਮਜ਼ੋਰ ਹੋ ਚੁੱਕੇ ਸਨ। ਪਰ ਮਨ ਅੰਦਰ ਜ਼ਾਮ ਸ਼ਹਾਦਤ ਪੀਣ ਦੀ ਤਮੰਨਾ ਉਛਾਲੇ ਖਾ ਰਹੀ ਸੀ। ਅਨੇਕਾਂ ਹੀ ਸਿਪਾਹੀਆਂ ਨੂੰ ਸਦਾ ਦੀ ਨੀਂਦ ਸੁਆ ਕੇ ਸਿੰਘ ਸੂਰਮੇ ਜਾਮੇ ਸ਼ਹਾਦਤ ਪੀਂਦੇ ਜਾ ਰਹੇ ਸਨ। ਕਲਗੀਧਰ ਪਾਤਸ਼ਾਹ ਦੇ ਸਿੰਘ ਸੂਰਮੇ ਸ਼ੇਰ ਮਰਦ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪਿਆਲੇ ਪੀ ਰਹੇ ਸਨ। ਐ ਤਬਾਏ ਰਸਾ आज दिखा अपनी रसाई, ए तेगे शुखन तू भी बड़ा अपनी सफाई। शहबाज ने मेरे कभी मुँह की नहीं खाई, है दूर दो असर खैर से दोनों सगे भाई। खाक उड़ने लगे बहर गर आह, पर हूँ मैं गुलबन बने गुलजार अगर वाह कहूँ मैं। कवि अपने कवि योगता ਨੂੰ बड़े ही फकर नाल मुखातिब करके आखता है कि ए मेरे कावी योगता अज अपना जोहर कमाल दुनिया ਨੂੰ विखा। ਇਹ ਕਵੀ ਦੀ ਤਲਵਾਰ ਕਲਮ ਅੱਜ ਦੁਨੀਆ ਦੇ ਇਸ ਮਹਾਨ ਅਤੇ ਬਲਿੱਖਣ ਸਾਖੇ ਨੂੰ ਕਲਮਬੰਦ ਕਰਨ ਲੱਗਿਆਂ ਤੂੰ ਵੀ ਆਪਣੇ ਫਨ ਦਾ ਕਮਾਲ ਸਾਰੇ ਸੰਸਾਰ ਨੂੰ ਵਿਖਾ ਦੇ। ਆਪਣੀ ਕਾਵੀ ਯੋਗਤਾ ਤੇ ਕਾਵੀ ਬੱਧਤਾ ਉੱਪਰ ਬੜਾ ਹੀ ਮਾਣ ਕਰਦਾ ਹੈ ਕਿ ਮੇਰੇ ਕਾਵੀ ਰੂਪੀ ਸ਼ਾਹੀ ਬਾਜਾਂ ਨੇ ਕਦੀ ਹਾਰ ਨਹੀਂ ਖਾਧੀ, ਅਰਥਾਤ ਮੇਰੀ ਰਚਨਾ ਉੱਚ ਦਰਜੇ ਦੀ ਹੈ। ਮੇਰੇ ਤਾਂ ਕਾਵੀ ਖਜ਼ਾਨੇ ਵਿੱਚ ਦੋ ਅਨਮੋਲੇ ਮੋਤੀ ਹਨ, ਜਿਨ੍ਹਾਂ ਦਾ ਆਪਸ ਵਿੱਚ ਬੜਾ ਹੀ ਭਰਾਤਰੀ ਤੇ ਗਹਿਰਾ ਸੰਬੰਧ ਹੈ। ਇਹ ਹੈ ਮੇਰੀ ਕਾਵੀ ਉਡਾਰੀ ਕਲਪਨਾ ਤੇ ਦੂਸਰਾ ਮੇਰਾ ਰਚਨਾ ਸ਼ੇਅਰ। ਆਖਰੀ ਸਤਰਾਂ ਵਿੱਚ ਅੱਲਾ ਯਾਰ ਖਾਂ ਜੋਗੀ ਜੀ ਬੜੇ ਫਕਰ ਨਾਲ ਆਪਣੀ ਕਾਵੀ ਯੋਗਤਾ ਦਾ ਜ਼ਿਕਰ ਕਰਦੇ ਲਿਖਦੇ ਹਨ। ਜੇਕਰ ਮੇਰੀ ਕਲਮ ਆ ਭਰੇ ਤਾਂ ਸਮੁੰਦਰ ਵੀ ਸੁੱਕ ਜਾਂਦਾ ਹੈ, ਜੇ ਮਿਸਤੀ ਵਿੱਚ ਵਾਕ ਕਹਿ ਦੇਵੇ ਤਾਂ ਅਨਖਿੜਿਆ ਗੁਲਾਬ ਦਾ ਫੁੱਲ ਖਿੜ ਕੇ ਗੁਲਜ਼ਾਰ ਹੋ ਜਾਂਦਾ ਹੈ। गुलशन में चहक मुझसे हजारों ने उड़ाई, गुलबन में महक मुझसे ही सारों ने उड़ाई। बिजली ने तड़फ जो सितारों ने उड़ाई, जोगी से खटक मन में है खारों ने उड़ाई। निशत्तर कई रख देता हूँ हर मिशराई तर में, कांटा हूँ जबी गुलशन आलम की नज़र में। कवि अल्लाह यार खां बड़े प्रेम रस ਅਤੇ ਵਿਰਾਗ ਨਾਲ ਲਿਖਦੇ ਹਨ
ਕਿ ਮੇਰੇ ਤੋਂ ਪਹਿਲਾਂ ਇਸ ਸੰਸਾਰ ਵਿੱਚ ਕਈ ਕਵੀਆਂ ਨੇ ਆਪਣੀ ਯੋਗਤਾ ਦਾ ਪ੍ਰਗਟਾ ਕੀਤਾ, ਅਰਥਾਤ ਇਸ ਸੰਸਾਰ ਰੂਪੀ ਬਾਗ ਵਿੱਚ ਹਜ਼ਾਰਾਂ ਹੀ ਮੇਰੇ ਵਰਗੇ ਪੰਛੀ ਆਪਣੇ ਆਪਣੇ ਗੀਤ ਗਾ ਕੇ ਇੱਥੋਂ ਕੂਚ ਕਰ ਚੁੱਕੇ ਹਨ। ਇਸ ਸੰਸਾਰਿਕ ਬਗੀਚੀ ਅੰਦਰ ਅਨੇਕਾਂ ਹੀ ਆਪਣੀ ਮਹਿਕ ਖਿੰਡਾ ਚੁੱਕੇ ਹਨ। ਕੁਦਰਤ ਦੇ ਕਾਦਰ ਦੁਆਰਾ ਨਿਸ਼ਚਿਤ ਬ੍ਰਹਮੰਡ ਵਿੱਚ ਅਸਮਾਨੀ ਬਿਜਲੀਆਂ ਜਿੱਥੇ ਆਪਣੀ ਚਮਕ ਦਮਕ ਗਰਜ ਦਾ ਵਿਖਾਵਾ ਕਰਦੀਆਂ ਹਨ, ਉੱਥੇ ਤਾਰੇ ਵੀ ਆਪਣੀ ਰੋਸ਼ਨੀ ਲੁਟਾ ਰਹੇ ਹਨ। ਪਰੰਤੂ ਮੇਰੇ ਨਾਲ ਜੋਗੀ ਜੀ ਇਸ ਬਗੀਚੀ ਵਿੱਚ ਸੰਸਾਰ ਵਿੱਚ ਸਾਰਿਆਂ ਨੇ ਬਹੁਤ ਨਫ਼ਰਤ ਕੀਤੀ ਹੈ। ਜੋਗੀ ਜੀ ਬਿਆਨ ਕਰਦੇ ਹਨ ਕਿ ਮੇਰੇ ਨਾਲ ਨਫ਼ਰਤ ਦਾ ਕਾਰਨ ਸ਼ਾਇਦ ਇਹ ਹੈ ਕਿ ਮੈਂ ਆਪਣੀ ਹਰ ਰਚਨਾ ਵਿੱਚ ਸੱਚ ਰੂਪੀ ਨਿਸ਼ਚਲ ਰੱਖ ਦਿੰਦਾ ਹਾਂ, ਜੋ ਇਹਨਾਂ ਸੰਸਾਰੀ ਲੋਕਾਂ ਨੂੰ ਬਹੁਤ ਚੁਭਦਾ ਹੈ। ਸ਼ਾਇਦ ਇਸ ਕਰਕੇ ਸੰਸਾਰੀ ਲੋਕਾਂ ਦੀ ਨਜ਼ਰ ਵਿੱਚ ਮੈਂ ਕੰਡੇ ਵਾਂਗ ਰੜਕਦਾ ਹਾਂ। मैदान में अदू मेरी हवा को नहीं पहुँचा, सबदेज सुखन के सुमपा को नहीं पहुँचा, तत् अर्श गया तबाए रसा को नहीं पहुँचा, बंदा को इस तरह खुदा को नहीं पहुँचा, खामा तो नहीं हाथ में मूसा का असा है, फरोन अदू की मेरी मुट्ठी में रज़ा है। अपनी कावी योग्यता उपर फखर नाल कवि लिखता है कि लिखता के मैदान में कोई कवि मेरी रचना का मुकाबला नहीं कर सकता। मेरी कविता के घोड़े की चाल में ऐसी रवानगी है कोई इसके पैर चिन्ना सुम्मा तक नहीं पहुँचता, कोई अर्श तक तो पहुँच सकता है परंतु मेरी कावी योग्यता तक पहुँचना नामुमकिन है। जिस तरह कोई मनुख आसानी नाल खुदा तक नहीं पहुँचता, एवं ही मेरी कावी उडारी का मुकाबला हर कोई नहीं कर सकता। मेरे हाथ में कलम नहीं, हज़रत मूसा का डंडा है, जिस दे सदका फ़िरौन वर्गे दुश्मन की मौत मेरी मुट्ठी विच है। असआर से मुर्दों को भी जिंदा किया मैंने, कितने ही मरीज़ों को मसीहा किया मैंने, इरादाई अरुदोई मोल्ला को मुजल्ला किया मैंने, न पैदा था जो रंग वह पैदा किया मैंने, तहीसी लिया करता हूँ टूटे हुए दिल से, बस इश्क के मारे हुए लूटे हुए दिल से। अपनी कामिल शायरी ਅਤੇ हिकमत ਦੇ ਨਾਲ ਮੈਂ ਅਨੇਕਾਂ ਹੀ ਮਰੀਜ਼ਾਂ ਨੂੰ ਜੀਵਨ ਦਾ ਦਿੱਤਾ ਹੈ। ਅਨੇਕਾਂ ਹੀ ਮਨੁੱਖ ਜੋ ਸਰੀਰਕ ਤੇ ਮਾਨਸਿਕ ਤੌਰ ਤੇ ਦੁਖੀ ਸਨ, ਅਕਾਲ ਪੁਰਖ ਦੀ ਕਿਰਪਾ ਨਾਲ ਉਹਨਾਂ ਨੂੰ ਤੰਦਰੁਸਤ ਕੀਤਾ। ਉਰਦੂ ਜ਼ੁਬਾਨ ਦੇ ਕੀਤੀ ਸੇਵਾ ਬਾਰੇ ਕਵੀ ਦੱਸਦਾ ਹੈ ਕਿ ਮੈਂ ਸ਼ਾਹੀ ਜ਼ੁਬਾਨ ਦੇ ਕਈ ਭੇਦਾਂ ਨੂੰ ਉੱਜਲ ਕੀਤਾ ਤੇ ਐਸੀ ਰੰਗਤ ਭਰੀ ਜੋ ਪਹਿਲਾਂ ਨਹੀਂ ਸੀ, ਐਸਾ ਰੰਗ ਪੈਦਾ ਕੀਤਾ ਜੋ ਪਹਿਲਾਂ ਪੈਦਾ ਨਹੀਂ ਸੀ ਹੋਇਆ। ਉਰਦੂ ਜ਼ੁਬਾਨ ਅਤੇ ਮਰੀਜ਼ਾਂ ਦੀ ਸੇਵਾ ਕਰਕੇ ਮੈਨੂੰ ਕੋਈ ਲਾਲਚ ਨਹੀਂ, ਮੈਂ ਤਾਂ ਲੋਕਾਂ ਕੋਲੋਂ ਅਸੀਸ ਦੀ ਕਾਮਨਾ ਕਰਦਾ ਹਾਂ। ਇਸ इश्क हकीकी विच रंगे हुए दिल को केवल मनुखता दीयां सीसां की जरूरत है। जिस दिल को नहीं इसकी हकीकी से सरोकार, पत्थर का वो टुकड़ा है वो दिल तो नहीं जिनहार, खालक का प्यारा है जो खलकत से करे प्यार, इतना है फ़क काफुर दीदार का म्यार, सिक्खी भी सिखाती है फना जात में हो जा, पैरों गुरु नानक का हर एक बात में हो जा। जिस दिल विच ब्रह्मंड के कन कन विच सर्वरसी व्याप रहे अकाल पुरख के नाल प्रेम रस नहीं उपजदा, वो दिल तो केवल एक पत्थर का टुकड़ा है। क्यों इंसानी हिरदा तो वही है जिस विच सर्वव्यापी परमात्मा का उदूती प्रेम समाया होवे ते नाम की मजीठी रंगत चढ़ी होवे। अकाल पुरख की किरपा का पात्र वही है जो उसकी पैदा की हर शै नाल प्रेम करता है, इंसानियत नाल भी उदूती प्रेम करता है। बस काफर अते धर्मी मनुख विच केवल यही अंतर है कि काफर इंसानियत के प्रेम तो मुनकर है। गुरु पातशाह का न्यारा सिख धर्म भी यही जीवन जान सिखाता है कि हे मनुख तो इंसानियत दी नैतिक कदरां कीमतां इंसानियत के घान नूं रोकदा होया अपना सब कुछ कुर्बान कर दे। इस तरह ही जीवित भाव तो मर के आपा कुर्बान किए गुरु नानक के मार्ग उपर चलिया जा सकता है। मिल शेख को ए सिंगो तो मर्दाना समझकर, वाहिगुरु की क्षमा का परवाना समझकर, कर तवारिफ हरम भी कर जनाना समझकर, काशी में भी जा राम का कशाना समझकर, वाहिगुरु की फतेह तू मंदिर में गजा दे, नारा श्री काल का मस्जिद में लगा दे। इंसानी भाईचारे की एकता ते मनुखी प्यार उपर विशेष जोर दिंदा होया कवि बयान करता है कि यह मनुख तू जाति भेदभाव तो उपर उठ के मनुखता नाल प्रेम का मार्ग धारण कर। है प्यारे सिख तू हर मुसलमान नूं मर्दाना समझ के प्रेम नाल गलवकड़ी पा के मिल। तो प्रभु मार्ग उपर चलण वाले हर मनुख नूं अकाल पुरख की प्रेम रस नाल भरपूर उदूती क्षमा का परवाना समझ। मनुख तेरे हिरदे अंदर किसी प्रकार का कोई जाति भेद नहीं उपजना चाहिए। तू काबे नूं केवल मुसलमानों का पवित्र स्थान ही ना समझ सको, इसनूं मनुखता के प्रीतम का घर समझ। तू काशी वर्गे हिंदूवादी तीर्थ स्थान नूं भी काल पुरख का घर समझ। तू काल पुरख की फतेह का पवित्र नाम हर धार्मिक स्थान अंदर गजा दे, तां जो हर स्थान तो मनुखी प्रेम और नाम रस का झरना वह तुरे। तू काल पुरख जो सत श्री अकाल है सदीबी है दा होका हर स्थान ते बुलंद कर, भावें वो मस्जिद होवे जा मंदिर। जब तक तेरी नज़रों में कोई गैर है बाकी, तब तक ही तमीज़ हर मुदैर है बाकी, दे शेख बाहमन को जो कुछ बैर है बाकी, कहते हैं गुरु सर है फना खैर है बाकी, नेकी वो दौलत है कभी छूट नहीं सकती, सिरंद तो लुट सकता है ये लूट नहीं सकती। ए मनुख जिन्ना चिर
ਤੱਕ ਤੇਰੇ ਅੰਦਰ ਆਪਣੇ ਆਪਣੇ ਪਰਾਏ ਅਤੇ ਊਚ ਨੀਚ ਦਾ ਭਰਮ ਬਾਕੀ, ਉਹਨਾਂ ਚਿਰ ਤੱਕ ਹੀ ਤੂੰ ਮੰਦਿਰ ਮਸਜਿਦ ਦੇ ਫਰਕ ਦੇ ਝਗੜਿਆਂ ਵਿੱਚ ਗਲਤਾਨ ਹੋਇਆ ਪਿਆ ਹੈ। ਜਿੰਨਾ ਚਿਰ ਤੇਰੇ ਅੰਦਰ ਜਾਤ ਪਾਤ ਦੇ ਵਿਤਕਰੇ ਦਾ ਚਿੱਕੜ ਅਤੇ ਮਨੁੱਖਤਾ ਨਾਲ ਪ੍ਰੇਮ ਪਿਆਰ ਦਾ ਚਸ਼ਮਾ ਨਹੀਂ ਫੁੱਟਦਾ, ਉਹਨਾਂ ਚਿਰ ਹੀ ਦਵੈਤਵਾਦ ਦਾ ਬੋਲਬਾਲਾ ਹੈ। ਹਿੰਦੂ ਮੁਸਲਮਾਨ ਮੰਦਿਰ ਮਸਜਿਦ ਦਾ ਝਗੜਾ ਕੇਵਲ ਗਿਆਨਤਾ ਸਕਦਾ ਹੈ, ਪਰੰਤੂ ਗੁਰੂ ਪਾਤਸ਼ਾਹ ਸਿੰਘ ਗੁਰੂ ਸਾਹਿਬ ਨੇ ਤਾਂ ਬੜਾ ਹੀ ਪਿਆਰਾ ਮਾਰਗ ਦਰਸਾ ਦਿੱਤਾ ਹੈ ਕਿ ਬਦੀ ਤਬਾਹੀ ਦਾ ਕਾਰਨ ਹੈ ਅਤੇ ਦਇਆ ਖਿਮਾ ਆਤਮਿਕ ਰਸ ਤੋਂ ਸਰਬੋਤਮ ਧਰਮ ਦਾ ਚਸ਼ਮਾ ਹੈ। ਗੁਰੂ ਪਾਤਸ਼ਾਹ ਦਾ ਪਾਵਨ ਫਰਮਾਨ ਹੈ ਕਿ ਨੇਕੀ ਐਸੀ ਦੌਲਤ ਹੈ ਜੋ ਕਦੀ ਵੀ ਲੁੱਟੀ ਨਹੀਂ ਜਾ ਸਕਦੀ, ਭਾਵੇਂ ਕਿ ਸਰਹੰਦ ਵਰਗਾ ਮਸ਼ਹੂਰ ਸ਼ਹਿਰ ਲੁੱਟਿਆ ਜਾ ਸਕਦਾ ਹੈ। ਸਲਾਮ ਹੈ ਕਵੀ ਦੀ ਇਸ ਕਲਮ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।